ਹੈਲੋ, ਮੈਂ ਤੁਹਾਡਾ ਸਾਰਿਆਂ ਦਾ ਇਸ ਔਨਲਾਈਨ ਵੀਡੀਓ ਸੈਸ਼ਨ ਦੇ ਲੈਕਚਰ ਨੰਬਰ 12 ਦੇ ਵਿੱਚ ਸਵਾਗਤ ਕਰਦਾ ਹਾਂ। ਆਈ ਐਮ ਸੋਨਜੀਤ ਰਾਹੁਲ, ਲੈਕਚਰਰ ਸਿਵਲ ਇਨ ਗੌਰਮੈਂਟ ਪੋਲੀਟੈਕਨੀਕਲ ਕਾਲਜ ਤਲਵਾੜਾ, ਪੰਜਾਬ। This is the lecture number 12 of reinforced cement concrete design subject, which is a diploma level subject for the civil engineering branch in 5th semester। ਇਸ ਵੀਡੀਓ ਦੇ ਵਿੱਚ ਆਪਾਂ ਚੈਪਟਰ 3 ਨੂੰ ਹੀ ਕੰਟੀਨਿਊ ਕਰਾਂਗੇ। ਚੈਪਟਰ 3 ਦਾ ਪਾਰਟ ਨੰਬਰ 6। ਚੈਪਟਰ ਨੇਮ ਇਜ਼ ਸ਼ੀਅਰ ਐਂਡ ਡਿਵੈਲਪਮੈਂਟ ਲੈਂਥ। ਇਸ ਵੀਡੀਓ ਦੇ ਵਿੱਚ ਆਪਾਂ ਸ਼ੀਅਰ ਰੀਇਨਫੋਰਸਮੈਂਟ ਦਾ ਨੂਮੈਰੀਕਲ ਡਿਸਕਸ ਕਰਾਂਗੇ ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ ਐਂਡ ਐਜ਼ ਪਰ ਲਿਮਿਟ ਸਟੇਟ ਮੈਥਡ ਬਾਈ ਯੂਜ਼ਿੰਗ ਬੈਂਟ ਅਪ ਬਾਰਸ। ਇਸ ਤੋਂ ਪ੍ਰੀਵੀਅਸ ਵੀਡੀਓ ਦੇ ਵਿੱਚ ਆਪਾਂ ਵਿਦਾਊਟ ਬੈਂਟ ਅਪ ਬਾਰਸ ਦੇ ਨਾਲ ਸ਼ੀਅਰ ਰੀਇਨਫੋਰਸਮੈਂਟ ਦਾ ਨੂਮੈਰੀਕਲ ਟਰਾਈ ਕੀਤਾ ਸੀ। ਇਸ ਲੈਕਚਰ ਦੇ ਵਿੱਚ ਆਪਾਂ ਬਾਈ ਯੂਜ਼ਿੰਗ ਬੈਂਟ ਅਪ ਬਾਰਸ ਸ਼ੀਅਰ ਰੀਇਨਫੋਰਸਮੈਂਟ ਦਾ ਡਿਜ਼ਾਈਨ ਕਰਾਂਗੇ। ਦਿਸ ਇਜ਼ ਦੀ ਸਟੇਟਮੈਂਟ ਆਫ ਦੀ ਨੂਮੈਰੀਕਲ। ਇਹ ਰੀਇਨਫੋਰਸ ਕੰਕਰੀਟ ਬੀਮ 400 mm by 700 mm, 400 mm by 700 mm. This is the cross section. 400 mm is the width of the beam, 700 mm is the total or overall depth of the beam. ਇਸ ਤੋਂ ਲਾਸਟ ਵੀ ਜਿਹੜਾ ਨੂਮੈਰੀਕਲ ਕੀਤਾ ਸੀ ਉਹਦੇ ਵਿੱਚ ਕੁਛ ਡਿਮੈਂਸ਼ਨ ਲਿਖ ਕੇ ਬਸ ਜੋ ਇਫੈਕਟਿਵ ਲਿਖਿਆ ਹੋਇਆ ਸੀ ਉਹਦਾ ਮਤਲਬ ਇਫੈਕਟਿਵ ਡੈਪਥ, ਬਟ ਇਹਦੇ ਵਿੱਚ ਕਿਤੇ ਵੀ ਇਫੈਕਟਿਵ ਨਹੀਂ ਲਿਖਿਆ ਹੋਇਆ। ਇਹਦਾ ਮਤਲਬ ਟੋਟਲ ਡੈਪਥ ਆ 700 mm, ਨਾ ਕਿ ਇਫੈਕਟਿਵ ਡੈਪਥ ਆ। So 400 mm is the width of the beam, total depth is 700 mm, is simply supported। simply supported एक beam है, clear span 6 meter है। it carries a UDL 64 kN per meter, 64 kN per meter एक UDL है ਜਿਹਦੇ ਵਿੱਚ ਸੈਲਫ ਵੇਟ ਇਨਕਲੂਡਡ ਹੈ। ਇਹਦੇ ਵਿੱਚ ਇਹ ਸੈਕਸ਼ਨ ਨੂੰ ਰੀਇਨਫੋਰਸ ਕੀਤਾ ਗਿਆ 6 ਵਾਰਸ 20 mm ਡਾਇਆਮੀਟਰ ਵਾਦੀਆਂ M20 ਕੰਕਰੀਟ ਯੂਜ਼ ਕੀਤਾ ਗਿਆ ਅਤੇ ਮਾਈਲਡ ਸਟੀਲ ਮਤਲਬ FE 250 ਗ੍ਰੇਡ ਆਫ ਸਟੀਲ। ਕੈਲਕੂਲੇਟ ਦਾ ਸ਼ੀਅਰ ਰੀਇਨਫੋਰਸਮੈਂਟ ਆਪਾਂ ਕੈਲਕੂਲੇਟ ਕਰਨੀ ਹੈ ਜਦੋਂ ਦੋ ਬਾਰਸ ਨੂੰ ਆਪਾਂ ਬੈਂਟ ਅਪ ਕਰ ਦਈਏ ਐਟ 45 ਡਿਗਰੀ। ਦਿਸ ਇਜ਼ ਦਾ ਡਿਫਰੈਂਸ ਬਿਟਵੀਨ ਦਿਸ ਨੂਮੈਰੀਕਲ ਐਂਡ ਦਾ ਲਾਸਟ ਨੂਮੈਰੀਕਲ ਇਨ ਦਾ ਪ੍ਰੀਵੀਅਸ ਵੀਡੀਓ। ਪ੍ਰੀਵੀਅਸ ਵੀਡੀਓ ਦੇ ਵਿੱਚ ਆਪਾਂ ਪੜ੍ਹਿਆ ਸੀ ਕੋਈ ਵੀ ਬਾਰਸ ਨੂੰ ਬੈਂਟ ਅਪ ਨਹੀਂ ਕੀਤਾ ਸੀ, ਜਦ ਕਿ ਇਹਦੇ ਵਿੱਚ ਆਪਾਂ 2 ਬਾਰਸ ਨੂੰ 6 ਦੇ ਵਿੱਚ 2 ਬਾਰਸ ਨੂੰ ਬੈਂਟ ਅਪ ਕਰਾਂਗੇ ਐਟ 45 ਡਿਗਰੀ ਐਟ ਦੀ ਸੇਮ ਕ੍ਰੋਸ ਸੈਕਸ਼ਨ ਜਿੱਥੇ ਵੀ ਕ੍ਰਿਟੀਕਲ ਸੈਕਸ਼ਨ ਹੋਏਗਾ ਸ਼ੇਅਰ ਦਾ। ਸੋ ਨੂਮੈਰੀਕਲ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਸਟੈਪ ਹੁੰਦਾ ਜੋ ਵੀ ਸਟੇਟਮੈਂਟ ਤੋਂ ਆਪਾਂ ਨੂੰ ਨੌਲੇਜ ਮਿਲੀ ਹੈ, ਡਾਟਾ ਮਿਲਿਆ ਗਿਵਨ, ਦੈਟ ਇਜ਼ ਗਿਵਨ ਡਾਟਾ, ਉਹਨੂੰ ਇੱਕ ਸਟੈਪ ਬਾਈ ਸਟੈਪ ਲਿਖ ਲਈਏ। ਸੋ ਪਹਿਲਾਂ ਮੈਂ ਕ੍ਰੋਸ ਸੈਕਸ਼ਨ ਸ਼ੋ ਕੀਤਾ ਹੋਇਆ 400 mm ਬਾਈ 700 mm ਬੀਮ ਆ, 6 ਵਾਰਸ ਆ 20 mm ਡਾਇਆਮੀਟਰ ਵਾਰ ਦੀਆਂ ਅਤੇ ਉਸ ਤੋਂ ਬਾਅਦ ਵਿਥ ਆਫ ਬੀਮ 400 mm, ਟੋਟਲ ਡੈਪਥ 700 mm, ਕਲੀਅਰ ਸਪੈਨ 6 ਮੀਟਰ। ਉਸ ਤੋਂ ਬਾਅਦ ਲਾਈਨ ਲਿਖੀ ਹੋਈ ਲੈਟ ਸਪੋਜ਼ ਵੀ ਵਿਲ ਯੂਜ਼ 10 mm ਡਾਇਆਮੀਟਰ ਬਾਰਸ ਫॉर ਸ਼ੀਅਰ ਸਟਿਰਅਪਸ। ਇਹ ਜਿਹੜੀਆਂ 6 ਮੇਨ ਬਾਰਸ ਲੌਂਗੀਟਿਊਡਨਲ ਬਾਰਸ ਆ ਇਨ ਟੈਂਸਾਈਲ ਪੋਰਸ਼ਨ, ਇਹਦੇ ਲਈ ਆਪਾਂ ਇਹਨੂੰ ਕਵਰ ਇਹਨੂੰ ਆਪਾਂ ਰੀਇਨਫੋਰਸ ਕਰਾਂਗੇ ਬਾਈ ਯੂਜ਼ਿੰਗ ਸ਼ੀਅਰ ਸਟਿਰਅਪਸ। ਇਹਦੇ ਆਲੇ ਦੁਆਲੇ ਇੱਕ ਰਿੰਗ ਆਏਗਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਸ਼ੀਅਰ ਸਟਿਰਅਪਸ, ਜਿਹਦਾ ਕਿ ਡਾਇਆਮੀਟਰ ਆਪਾਂ ਜ਼ਿਊਮ ਕਰਕੇ ਚੱਲਦੇ ਪਏ ਹਾਂ ਵੀ 10 mm ਆ। ਇਸ ਤਰ੍ਹਾਂ ਆਪਾਂ ਇਫੈਕਟਿਵ ਕਵਰ ਕੈਲਕੂਲੇਟ ਕਰ ਸਕਦੇ ਹਾਂ ਕਿ ਇਫੈਕਟਿਵ ਕਵਰ ਇਜ਼ ਇਕੁਅਲ ਟੂ ਨੋਮੀਨਲ ਕਲੀਅਰ ਕਵਰ for plus diameter of the shear stirrups plus half the diameter of the main longitudinal bar। ਕਿਉਂਕਿ ਇਫੈਕਟਿਵ ਕਵਰ ਜਿਹੜਾ ਹੁੰਦਾ ਬੋਟਮ ਐਜ ਤੋਂ ਲੈ ਕੇ ਸੈਂਟਰ ਆਫ ਦੀ ਟੈਂਸਾਈਲ ਰੀਇਨਫੋਰਸਮੈਂਟ ਦਾ ਇੱਕ ਡਿਸਟੈਂਸ ਹੁੰਦਾ ਅਤੇ ਇਫੈਕਟਿਵ ਡੈਪਥ ਹੁੰਦਾ ਟੋਪ ਕੰਪਰੈਸ਼ਨ ਐਜ ਤੋਂ ਲੈ ਕੇ ਸੈਂਟਰ ਆਫ ਦੀ ਟੈਂਸਾਈਲ ਰੀਇਨਫੋਰਸਮੈਂਟ ਤੱਕ ਦਾ ਡਿਸਟੈਂਸ ਹੁੰਦਾ। ਕਿਉਂਕਿ ਸੈਂਟਰ ਆਫ ਟੈਂਸਾਈਲ ਰੀਇਨਫੋਰਸਮੈਂਟ ਦਾ ਡਿਸਟੈਂਸ ਹੁੰਦਾ, ਇਸ ਕਰਕੇ ਆਪਾਂ ਡਾਇਆਮੀਟਰ ਆਫ ਮੇਨ ਲੌਂਗੀਟਿਊਡਨਲ ਬਾਰਸ ਦੇ ਨਾਲ ਹਾਫ 1/2 ਨੂੰ ਮਲਟੀਪਲਾਈ ਕਰਦੇ ਹਾਂ। ਸੋ ਇਫੈਕਟਿਵ ਕਵਰ ਇਜ਼ ਇਕੁਅਲ ਟੂ ਨੋਮੀਨਲ ਕਲੀਅਰ ਕਵਰ 20 mm ਹੁੰਦਾ ਬੀਮ ਦੇ ਲਈ, ਪਲੱਸ ਡਾਇਆਮੀਟਰ ਆਫ ਦੀ ਸ਼ੀਅਰ ਸਟਿਰਅਪ ਜਿਹੜੀ ਕਿ ਆਪਾਂ ਜ਼ਿਊਮ ਕਰ ਲਈ ਹੈ 10 mm, ਪਲੱਸ 1/2 into 20 is the diameter of the longitudinal bars। ਸੋ ਇਹਨਾਂ ਨੂੰ ਪਲੱਸ ਕਰਕੇ 20 + 10 + 10 is equal to 40 mm ਆਪਾਂ ਨੂੰ ਇਫੈਕਟਿਵ ਕਵਰ ਮਿਲ ਜਾਂਦਾ। ਸੋ ਇਫੈਕਟਿਵ ਡੈਪਥ ਆਪਾਂ ਕੈਲਕੂਲੇਟ ਕਰ ਸਕਦੇ। ਇਫੈਕਟਿਵ ਡੈਪਥ ਦਾ ਫਾਰਮੂਲਾ ਹੁੰਦਾ ਟੋਟਲ ਡੈਪਥ ਮਾਈਨਸ ਇਫੈਕਟਿਵ ਕਵਰ। ਟੋਟਲ ਡੈਪਥ 700 ਮਾਈਨਸ ਇਫੈਕਟਿਵ ਕਵਰ ਇਜ਼ ਦੀ 40, ਸੋ is equal to 660 mm।
uniformly distributed load given as 64 kilonewton per meter. Grade of concrete M20, that is FCK the value 20 newton per mm square. Grade of steel, that is mild steel the grade Fe250. Fe250 the yield strength the value Fy is equal to 250 newton per mm square। क्योंकि दो बार्स ਆਪਾਂ बेंट अप कर ਦਿੱਤੀ हैं ਜਿਹੜੀਆਂ ए ऑफ टेंसाइल स्टील रीइंफोर्समेंट फाइंड आउट करेंगे 4, दैट इज नंबर ऑफ बार्स 6 - 2 इज इक्वल टू 4 इंटू π/4 डी स्केयर वाला फॉर्मूला सिंपली सर्कुलर बार ਦੇ ਲਈ। ਇਸ ਤਰ੍ਹਾਂ ਆਪਾਂ ਏਰੀਆ ਆਫ ਟੈਂਸਾਈਲ ਸਟੀਲ ਰੀइंफोर्समेंट ਦਾ ਏਰੀਆ ਕੈਲਕੂਲੇਟ ਕਰ ਲਵਾਂਗੇ। next is the first step is the calculate the shear force at critical section। ਆਪਾਂ ਇੱਕ beam simply supported beam draw ਕਰਾਂਗੇ ਜਿਹਦਾ clear span 6 ਮੀਟਰ ਉੱਪਰ UDL ਲੱਗਾ ਹੋਇਆ 64 ਕਿਲੋ ਨਿਊਟਨ ਪਰ ਮੀਟਰ। shear force ਕਿੱਦਾਂ ਕੈਲਕੂਲੇਟ ਕਰਾਂਗੇ at the inner face of support, structure mechanics ਦੇ ਵਿੱਚ ਪੜਿਆ ਹੋਇਆ WL/2। ਸੋ ਸਿੰਪਲੀ ਵੈਲਿਊ ਪੁੱਟ ਕਰਕੇ 192 ਕਿਲੋ ਨਿਊਟਨ shear force ਆਪਾਂ ਫਾਈਂਡ ਆਊਟ ਕਰ ਲਈ at the inner face of the support, that is 190 × 10⁻³ न्यूटन। नीचे shear force डायग्राम शो कर ਦਿੱਤਾ ਹੈ। ਇਨਰ ਡਾਟਡ ਜਿਹੜੀਆਂ ਲਾਈਨ ਆ ਉਹ ਇਨਰ ਫੇਸ ਆਫ ਦੀ ਸਪੋਰਟ ਆ। ਕ੍ਰਿਟੀਕਲ ਸੈਕਸ਼ਨ 2 ਸ਼ੋ ਕੀਤੇ, ਇੱਕ ਵਰਕਿੰਗ ਸਟ੍ਰੈਸ ਮੈਥਡ ਦੇ ਲਈ, ਇੱਕ ਲਿਮਿਟ ਸਟੇਟ ਮੈਥਡ ਦੇ ਲਈ। ਲਿਮਿਟ ਸਟੇਟ ਮੈਥਡ ਦੇ ਲਈ ਕ੍ਰਿਟੀਕਲ ਸੈਕਸ਼ਨ ਹੋਏਗਾ ਐਟ ਦੀ ਇਨਰ ਫੇਸ ਆਫ ਦੀ ਸਪੋਰਟ। ਵਰਕਿੰਗ ਸਟ੍ਰੈਸ ਮੈਥਡ ਦੇ ਲਈ ਐਟ ਅ ਡਿਸਟੈਂਸ ਸਮਾਲ d, that is effective depth from the inner face of the support। 6 meter is the total clear span, 3 meter is the half of the clear span, small d is 0.66 meter। say 3 minus 0.66 meter is equal to 2.34 meter। सो इस तरह आप क्रिटिकल सैक्शन तो shear force कैलकुलेट करांगे एज पर वर्किंग स्ट्रेस मैथड एंड एज पर लिमिट स्टेट मैथड। एज पर वर्किंग स्ट्रेस मैथड क्रिटिकल सेक्शन इज एट अ डिस्टेंस ऑफ small d, that is 660 mm from the inner face of the support। किदा सिमिलर ट्राइंगल वाला सिंपली फार्मूला अप्लाई करके 192 ਨੂੰ 2.34 डिवाइडेड बाय 3.0 ये वाली वैल्यू सिंपली कैलकुलेशन करके 149.76 किलो न्यूटन वैल्यू आ गई। दैट इज़ द shear force एट द क्रिटिकल सैक्शन। क्रिटिकल सैक्शन फॉर द लिमिट स्टेट मैथड वो होएगी एट द इनर फेस ऑफ द सपोर्ट, दैट इज़ 192 किलो न्यूटन। बट ये ਆਪਾਂ ਨੂੰ एक पार्शियल फैक्टर सेफ्टी नाल मल्टीप्लाई करना पैंदा ਤਾਂ ਕਿ ਆਪਾਂ फैक्टड shear force कैलकुलेट कर ਸਕੀਏ। फैक्टड shear force ਦਾ ਫਾਰਮੂਲਾ ਹੁੰਦਾ ਸਿੰਪਲੀ shear force इंटू पार्शियल फैक्टर सेफ्टी, ਉਹਦੀ वैल्यू 1.5, ਉਹਨੂੰ ਮਲਟੀਪਲਾਈ ਕਰਕੇ जो वैल्यू आ गई 288 किलो न्यूटन, दैट इज़ 288 × 10⁻³ न्यूटन। नेक्स्ट स्टैप नंबर 2 है कैलकुलेट द नॉमिनल shear stress। नॉमिनल shear stress ਦਾ ਫਾਰਮੂਲਾ टाउ v इज इक्वल टू v/vd। लिमिट स्टेट मैथड ਦੇ ਲਈ vu ਦੀ ਵੈਲਿਊ ਕੈਲਕੂਲੇਟ ਕਰਾਂਗੇ। ਸਿੰਪਲੀ ਵੈਲਿਊ ਪੁੱਟ ਕਰਕੇ ਆਪਾਂ ਨਾ ਨੋਮੀਨਲ shear stress ਆ ਗਿਆ। small b is the width of the beam, small d is the effective depth। step 3 ਦੀ ਕੈਲਕੂਲੇਟ ਦਾ shear strength of the concrete टाउ c ਦੀ ਟੇਬਲ ਨੰਬਰ 23 ਵਰਕਿੰਗ ਸਟ੍ਰੈਸ ਮੈਥਡ। ਲਿਮਿਟ ਸਟੇਟ ਮੈਥਡ ਦੇ ਲਈ ਟੇਬਲ ਨੰਬਰ 19। ਜਿੱਦਾਂ ਕਿ ਆਪਾਂ ਲਾਸਟ ਅਮੈਰੀਕਲ ਦੇ ਵਿੱਚ ਦੇਖਿਆ ਟੇਬਲ ਤੋਂ ਵੈਲਿਊ ਲਾਵਾਂਗੇ, ਉਸ ਤੋਂ ਆਪਾਂ shear स्ट्रेंथ कैलकुलेट कर लवेंगे। उस तो पहला कैलकुलेट करने के लिए ये टाउ सी की वैल्यू के लिए दो वैल्यू चाहिए, दैट इज़ PT एंड ए ग्रेड ऑफ कंक्रीट। PT की वैल्यू 100 × AST/small bd दोनों के लिए आप वैल्यू फाइंड आउट कर लवेंगे। AST की वैल्यू आप पहले ही फाइंड कर चुके हैं। सो वैल्यू पुट करके PT की वैल्यू आ गई 0.48%। सो स्टैप 3 कंटिन्यू चलता पाया, दैट इज़ कैलकुलेशन ऑफ द shear स्ट्रेंथ ऑफ द कंक्रीट। M20 टेबल नंबर डिफरेंट जो टेबल नंबर दिते हुए सी वर्किंग स्ट्रेस मैथड एंड लिमिट स्टेट मैथड के लिए उतो टेबल तो आप 0.25% ते M20 कंक्रीट के लिए टाउ सी की वैल्यू कितनी है एंड 0.50% M20 कंक्रीट के लिए टाउ सी की वैल्यू कितनी है वो आप वैल्यू लिख लवांगे। सिमिलरली लिमिट स्टेट मैथड के लिए भी लिख लवांगे। फिर इंटरपोलेशन करांगे। अगर इंटरपोलेशन नहीं करनी आती तो लास्ट वीडियो एक बार दोबारा देख सकते हो, मैं डिटेल दस्या हुआ इंटरपोलेशन किद्दां करी दी है। क्योंकि अपन 0.25% तो वैल्यू गिवन है, 0.50% तो वैल्यू गिवन है, बट जी 0.48 है वो तो वैल्यू नहीं गिवन। वो किद्दां फाइंड आउट कर सकते, क्यों वो इंटरपोलेशन करनी पेगी। इंटरपोलेशन करके अपने को सिंपली दो वैल्यूज़ आ जाएगी, वर्किंग स्ट्रेस मैथड के लिए अलग, लिमिट स्टेट मैथड के लिए अलग। सो इंटरपोलेशन किद्दां करनी हो एक बार तुसीं पुरानी वीडियो जरूर देख लेना, दैट इज़ लैक्चर नंबर 11।
ਨੈਕਸਟ ਹੈ ਕੈਲਕੂਲੇਟ ਦੀ ਮੈਕਸੀਮਮ ਸ਼ੀਅਰ ਸਟਰੈਂਥ ਆਫ ਦੀ ਕੰਕਰੀਟ ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ ਦੇ ਲਈ ਅਲੱਗ ਟੇਬਲ ਨੰਬਰ, ਲਿਮਿਟ ਸਟੇਟ ਮੈਥਡ ਦੇ ਲਈ ਟੇਬਲ ਨੰਬਰ 20 ਹੈ, ਵਰਕਿੰਗ ਸਟ੍ਰੈਸ ਮੈਥਡ ਦੇ ਲਈ ਟੇਬਲ ਨੰਬਰ 24। ਇਹ ਡਿਪੈਂਡ ਕਰਦਾ ਹੈ ਗ੍ਰੇਡ ਆਫ ਕੰਕਰੀਟ ਦੈਟ ਇਜ਼ ਗ੍ਰੇਡ M20। ਸਿੰਪਲੀ ਇਹ ਵਾਲੇ ਟੇਬਲ ਤੋਂ ਆਪਾਂ ਟਾਓ ਸੀ ਮੈਕਸੀਮਮ ਦੀ ਵੈਲਿਊ ਲਿਖ ਲਵਾਂਗੇ। ਨੈਕਸਟ ਹੈ ਕੰਪੈਰੀਜ਼ਨ ਆਫ ਦੀ ਵੈਲਿਊ ਆਫ ਦੀ ਨੋਮੀਨਲ ਸ਼ੀਅਰ ਸਟ੍ਰੈਸ ਐਂਡ ਸ਼ੀਅਰ ਸਟਰੈਂਥ ਆਫ ਦੀ ਕੰਕਰੀਟ ਐਂਡ ਮੈਕਸੀਮਮ ਸ਼ੀਅਰ ਸਟਰੈਂਥ ਆਫ ਦੀ ਕੰਕਰੀਟ। ਸਟੈਪ ਨੰਬਰ 2 ਤੋਂ ਟਾਓ ਵੀ ਦੀ ਵੈਲਿਊ ਆ ਜਾਏਗੀ, ਸਟੈਪ ਨੰਬਰ 3 ਤੋਂ ਟਾਓ ਸੀ ਦੀ ਵੈਲਿਊ ਆ ਜਾਏਗੀ, ਸਟੈਪ 4 ਤੋਂ ਟਾਓ ਸੀ ਮੈਕਸੀਮਮ ਦੀ ਵੈਲਿਊ ਆ ਜਾਏਗੀ। ਸਿਮਿਲਰਲੀ ਲਿਮਿਟ ਸਟੇਟ ਮੈਥਡ ਦੇ ਲਈ ਵੀ ਇਸੇ ਤਰ੍ਹਾਂ। ਇਸ ਤੋਂ ਆਪਾਂ ਟਾਓ ਵੀ ਦੀ ਵੈਲਿਊ ਟਾਓ ਸੀ ਨਾਲੋਂ ਜ਼ਿਆਦਾ ਹੈ, ਬਟ ਟਾਓ ਵੀ ਦੀ ਵੈਲਿਊ ਟਾਓ ਸੀ ਮੈਕਸੀਮਮ ਨਾਲ ਘੱਟ ਹੈ ਦੋਨੋਂ ਮੈਥਡਸ ਦੇ ਲਈ। ਇਸ ਕਰਕੇ ਸ਼ੀਅਰ ਰੀਇਨਫੋਰਸਮੈਂਟ ਦੋਨਾਂ ਮੈਥਡਸ ਦੇ ਵਿੱਚ ਰਿਕੁਆਇਰਡ ਹੈ ਐਂਡ ਇਹ ਡਿਜ਼ਾਈਨ ਕੀਤੀ ਜਾਏਗੀ। ਸ਼ੀਅਰ ਫੋਰਸ ਰੀਇਨਫੋਰਸਮੈਂਟ ਡਿਜ਼ਾਈਨ ਕਰਨ ਦੇ ਲਈ ਨੈਟ ਡਿਜ਼ਾਈਨ ਸ਼ੀਅਰ ਫੋਰਸ ਪਹਿਲਾਂ ਆਪਾਂ ਨੂੰ ਚਾਹੀਦੀ ਹੁੰਦੀ। ਨੈਟ ਡਿਜ਼ਾਈਨ ਫੋਰਸ ਟੋਟਲ ਸ਼ੀਅਰ ਫੋਰਸ ਮਾਈਨਸ ਸ਼ੀਅਰ ਟੇਕਨ ਬਾਈ ਦੀ ਕੰਕਰੀਟ। ਸ਼ੀਅਰ ਟੇਕਨ ਬਾਈ ਕੰਕਰੀਟ ਦੈਟ ਇਜ਼ ਟਾਓ ਸੀ ਇੰਟੂ VD। ਸਿੰਪਲੀ ਵੈਲਿਊ ਪੁੱਟ ਕਰਕੇ ਆਪਾਂ VS ਦੀ ਵੈਲਿਊ ਐਂਡ VUS ਦੀ ਵੈਲਿਊ ਕੈਲਕੂਲੇਟ ਕਰ ਲਵਾਂਗੇ। ਇੱਥੇ V ਦੀ ਵੈਲਿਊ ਵਰਕਿੰਗ ਸਟ੍ਰੈਸ ਮੈਥਡ ਦੇ ਵਿੱਚ, ਲਿਮਿਟ ਸਟੇਟ ਮੈਥਡ ਦੇ ਵਿੱਚ VU ਦੀ ਵੈਲਿਊ। Next step है shear registered by the bent up bars. This is the difference between this numerical and the last numerical. In the previous video we have discussed. ਇਹ ਵਾਲਾ ਸਟੈਪ ਉਸ ਵੀਡੀਓ ਦੇ ਵਿੱਚ ਜਾਂ ਉਸ ਨੂਮੈਰੀਕਲ ਦੇ ਵਿੱਚ ਨਹੀਂ ਸੀ ਇਹ, ਕਿਉਂਕਿ ਇਹਦੇ ਵਿੱਚ ਬੈਂਟ ਅਪ ਬਾਰਸ ਪ੍ਰੋਵਾਈਡ ਕੀਤੀਆਂ ਹੋਈਆਂ, ਇਸ ਕਰਕੇ ਸਟੈਪ ਨੰਬਰ 7 ਇਹਦੇ ਵਿੱਚ ਆਏਗਾ। ਇਹਦੇ ਲਈ VS1 ਦੀ ਵੈਲਿਊ that is shear taken by the bent up bars, ਕਿਉਂਕਿ ਬੈਂਟ ਅਪ ਬਾਰਸ ਕੁਛ ਬਾਰਸ ਬੈਂਟ ਅਪ ਕੀਤੀਆਂ ਉਹਨੇ ਵੀ ਸ਼ੀਅਰ ਰਜਿਸਟ ਕਰਨੀ ਹੈ। ਉਹ ਕਿੰਨੀ ਸ਼ੀਅਰ ਰਜਿਸਟ ਕਰੇਗਾ, ਉਹ ਕਲੌਜ਼ ਨੰਬਰ 5.4 ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ ਐਂਡ ਕਲੌਜ਼ ਨੰਬਰ 40.4 ਸੀ ਐਜ਼ ਪਰ ਲਿਮਿਟ ਸਟੇਟ ਮੈਥਡ। ਇਹ ਫਾਰਮੂਲੇ ਦਿੱਤੇ ਹੋਏ ਵੇ, ਫਾਰਮੂਲੇ ਦੇ ਵਿੱਚ ਸਿੰਪਲੀ ਵੈਲਿਊ ਪੁੱਟ ਕਰਾਂਗੇ। ਸਿਗਮਾ SB ਇਹਦੀ ਪਰਮਿਸਿਵ ਟੈਂਸਾਈਲ ਸਟ੍ਰੈਸ ਜਿਹੜੀ ਕਿ ਟੇਬਲ ਨੰਬਰ 22 ਤੋਂ ਵੈਲਿਊ ਆ ਜਾਏਗੀ। FY ਦੀ ਕਰੈਕਟਰਿਸਟਿਕ ਸਟਰੈਂਥ, ASB ਦੀ ਏਰੀਆ ਆਫ ਦੀ ਬੈਂਟ ਅਪ ਬਾਰਸ ਦੈਟ ਇਜ਼ ਸੇਮ ਫॉर बोथ वर्किंग स्ट्रेस मेथड एंड लिमिट स्टेट मेथड। सिंपली वैल्यू पुट करेंगे VS1 VUS1 की वैल्यू पुट सिंपली आ जाएगी। नैक्सट है डिजाइन ऑफ द शीयर स्टिरप्स। शीयर स्टिरप डिजाइन करने लिए एक नोट है मैक्सीमम शीयर जी रजिस्ट करनी है ਬੈਂਟ ਅਪ ਬਾਰਸ ਨੇ ਉਹਦੀ ਵੈਲਿਊ ਐਕਸੀਡ ਨਹੀਂ ਕਰਨੀ ਚਾਹੀਦੀ VS/2 ਜਾਂ VUS/2 ਤੋਂ। ਉਹ ਇਸ ਤੋਂ ਪਹਿਲਾਂ ਆਪਾਂ VS/2 ਜਾਂ VUS/2 ਵਾਲੀ ਵੈਲਿਊ ਦੇਖ ਲਵਾਂਗੇ ਕਿੰਨੀ ਹੈ। ਉਹ ਅਗਰ 73200 ਦਾ ਹਾਫ ਕਰਾਂਗੇ 36600। ਇਹ ਵੈਲਿਊ ਐਕਸੀਡ ਨਹੀਂ ਕਰਨੀ ਚਾਹੀਦੀ 62191 ਤੋਂ। ਲੇਕਿਨ ਇਹਦੇ ਵਿੱਚ ਵੈਲਿਊ ਜਿਹੜੀ ਹੈ ਸ਼ੀਅਰ ਟੇਕਨ ਬਾਈ ਬੈਂਟ ਅਪ ਬਾਰ ਉਹ ਐਕਸੀਡ ਕਰਦੀ ਹੈ ਬਈ ਇਹਦੇ ਹਾਫ ਦੀ ਵੈਲਿਊ ਤੋਂ ਇਨ ਬੋਥ ਵਰਕਿੰਗ ਸਟ੍ਰੈਸ ਮੈਥਡ ਇਨ ਲਿਮਿਟ ਸਟੇਟ ਮੈਥਡ। ਸੋ ਆਪਾਂ ਇਹ ਵਾਲੀ ਵੈਲਿਊ ਨਹੀਂ ਯੂਜ਼ ਕਰਾਂਗੇ, ਇਹਦੇ ਬਜਾਏ ਆਪਾਂ ਇਹ ਹਾਫ ਵਾਲੀ ਵੈਲਿਊ ਯੂਜ਼ ਕਰਾਂਗੇ। ਇਹ ਹਾਫ ਵਾਲੀ ਵੈਲਿਊ ਆਪਾਂ ਯੂਜ਼ ਕਰਾਂਗੇ। ਸੋ ਇਹ ਵਾਲੀ ਵੈਲਿਊ ਮਾਈਨਸ ਕਰਕੇ ਜਿੰਨੀ, ਕਿਉਂਕਿ ਬੈਂਟ ਅਪ ਬਾਰਸ ਨੇ ਰਜਿਸਟੈਂਸ ਦੇਣੀ, ਉਹ ਕਿੰਨੀ ਵੈਲਿਊ ਆਈ ਹੈ ਉਹ ਐਕਚੁਅਲ ਦੇ ਵਿੱਚ ਆਈ ਤੇ ਇਹ ਵਾਲੀ ਸੀ, ਬਟ ਇਹ ਵੈਲਿਊ ਨਹੀਂ ਯੂਜ਼ ਕਰਾਂਗੇ ਕਿਉਂਕਿ ਇਹ ਐਕਸੀਡ ਕਰ ਗਈ ਇਹ ਵਾਲੀ ਹਾਫ ਵੈਲਿਊ ਤੋਂ। ਇੱਕ ਨੋਟ ਲਿਖਾਇਆ ਸੀ ਡਿਜ਼ਾਈਨ ਸਟੈਪਸ ਦੇ ਵਿੱਚ, ਇਸ ਕਰਕੇ ਆਪਾਂ ਇਹ ਵਾਲੀ ਵੈਲਿਊ ਨਹੀਂ ਯੂਜ਼ ਕਰਾਂਗੇ, ਇਹਦੀ ਬਜਾਏ ਆਹ ਹਾਫ ਵਾਲੀ ਵੈਲਿਊ ਇੱਥੇ ਯੂਜ਼ ਕਰਾਂਗੇ। ਸੋ ਸਿੰਪਲੀ ਮਾਈਨਸ ਕਰਕੇ ਜੋ ਆਨਸਰ ਆਏਗਾ ਉਹਨੂੰ ਆਪਾਂ ਯੂਜ਼ ਕਰਾਂਗੇ ਫॉर द ਫਰਦਰ ਕੈਲਕੂਲੇਸ਼ਨ ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ ਐਜ਼ ਪਰ ਲਿਮਿਟ ਸਟੇਟ ਮੈਥਡ। ਦੋਨੋਂ ਦੇ ਲਈ ਆਪਾਂ 10 mm ਡਾਇਆਮੀਟਰ ਬਾਰਸ ਯੂਜ਼ ਕਰਦੇ ਪਏ। 2 ਲੈਗਡ ਸਟੇਅਰਅਪਸ, ਉਹਦੇ ਲਈ ਸਪੇਸਿੰਗ ਕਿੱਦਾਂ ਕੈਲਕੂਲੇਟ ਕਰਨੀ ਲਾਸਟ ਨੂਮੈਰੀਕਲ ਦੇ ਵਿੱਚ ਪੜ੍ਹ ਚੁੱਕੇ। ਸਿੰਪਲੀ ਫਾਰਮੂਲਾ ਦੇ ਵਿੱਚ ਵੈਲਿਊ ਪੁੱਟ ਕਰਾਂਗੇ ਸਿਗਮਾ SB ASB D। ਸਿਗਮਾ ASB ਇਜ਼ ਦ ਏਰੀਆ ਆਫ ਦ ਸਟੇਅਰਅਪਸ, ਕਿਉਂਕਿ 2 ਲੈਗਡ ਸਟੇਅਰਅਪ ਇਸ ਕਰਕੇ 2 × π/4 ਸਿੰਪਲੀ ਡਾਇਆਮੀਟਰ ਦਾ ਸਕੁਅਰ। ਸੋ ਵਰਕਿੰਗ ਸਟ੍ਰੈਸ ਮੈਥਡ ਐਂਡ ਲਿਮਿਟ ਸਟੇਟ ਮੈਥਡ ਦੇ ਲਈ ਸਿੰਪਲੀ ਸਪੇਸਿੰਗ ਦੀ ਵੈਲਿਊਜ਼ ਆ ਜਾਣਗੀਆਂ। ਲਾਸਟ ਹੈ ਚੈੱਕ ਫॉर द ਸਪੇਸਿੰਗ ਆਫ ਦੀ ਸ਼ੀਅਰ ਸਟਿਰਪ। ਇੱਕ ਮੈਕਸੀਮਮ ਸਪੇਸਿੰਗ ਐਜ ਪਰ ਮਿਨੀਮਮ ਸ਼ੀਅਰ ਰੀਇਨਫੋਰਸਮੈਂਟ ਕਲੌਜ਼ ਨੰਬਰ 26.5 ਦੇ ਅਕੋਰਡਿੰਗ ਇਹ ਸਪੇਸਿੰਗ ਤੋਂ ਜ਼ਿਆਦਾ ਸਪੇਸਿੰਗ ਨਹੀਂ ਹੋਣੀ ਚਾਹੀਦੀ। ਮੈਕਸੀਮਮ ਸਪੇਸਿੰਗ 3 ਕੰਡੀਸ਼ਨ ਇਹਦੇ ਲਈ ਦਿੱਤੀਆਂ ਹੋਈਆਂ 0.75 D। ਇਹਨਾਂ ਤਿੰਨਾਂ 'ਚੋਂ ਜਿਹੜੀ ਘੱਟ ਵੈਲਿਊ ਹੋਏਗੀ ਉਸ ਤੋਂ ਜ਼ਿਆਦਾ ਸਪੇਸਿੰਗ ਤੁਹਾਡੀ ਐਕਸੀਡ ਨਹੀਂ ਕਰਨੀ ਚਾਹੀਦੀ, ਕਿਉਂਕਿ ਆਪਣੀ ਜਿਹੜੀ ਸਪੇਸਿੰਗ ਆਈ ਸੀ ਉਹ ਥੋੜ੍ਹੀ 395 275 ਜਿਹੜੀ ਕਿ ਇਹਨਾਂ ਤਿੰਨਾਂ ਵੈਲਿਊ ਤੋਂ ਘੱਟ ਵਾਲੀ ਵੈਲਿਊ ਦੈਟ ਇਜ਼ 210 ਤੋਂ ਐਕਸੀਡ ਕਰਦੀ ਸੀ। ਇਸ ਕਰਕੇ ਆਪਾਂ 210 ਨੂੰ ਹੀ ਮੰਨ ਕੇ ਚੱਲਾਂਗੇ ਐਂਡ 2 ਲੈਗਡ ਸਟੇਅਰ ਵਰਟੀਕਲ ਸਟੇਅਰਸ ਆਪਾਂ ਪ੍ਰੋਵਾਈਡ ਕਰ ਦਿਆਂਗੇ। ਐਂਡ ਥੀਸ ਆਰ ਦੀ ਰੈਫਰੈਂਸਿਸ ਟੂ ਮੇਕ ਦ ਵੀਡੀਓ। ਟੈਕਸਟ ਬੁੱਕ 3 ਟੈਕਸਟ ਬੁੱਕ ਜੀ ਭਾਟੀਆ, ਵਰਿੰਦਰ ਸਿੰਘ ਐਂਡ AK ਜੈਨ, NPTEL ਨੋਟਸ। ਸੋ
ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਥੈਂਕ ਯੂ।